ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਵਾਰੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਸਨ ਤੇ ਕਿਸੇ ਦੂਰ ਇਲਾਕੇ ਤੋਂ ਚੱਲ ਕੇ ਸਿੱਖ ਸੰਗਤ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈ ਅਤੇ ਸੰਗਤ ਜਿਹੜੀ ਸੀ ਬੜੀ ਕਾਹਲੀ ਦੇ ਵਿੱਚ ਸੀ। ਜਲਦੀ ਜਲਦੀ ਕਾਹਲੀ ਕਾਹਲੀ ਦੇ ਨਾਲ ਮੱਥਾ ਟੇਕ ਕੇ ਸੰਗਤ ਵਾਪਸ ਮੁੜ ਰਹੀ ਸੀ। ਅਕਸਰ ਅਸੀਂ ਵੀ ਇਸੇ ਤਰ੍ਹਾਂ ਕਰਦੇ ਹਾਂ, ਸੰਗਤ ਵਿੱਚ ਆਉਂਦੇ ਹਾਂ ਵੱਡੀਆਂ ਭਾਗਾਂ ਸਦਕਾ, ਪਰ ਜਲਦੀ ਜਲਦੀ ਆਉਂਦੇ ਹਾਂ, ਕਾਹਲੀ ਕਾਹਲੀ ਆਉਂਦੇ ਹਾਂ, ਮੱਥਾ ਟੇਕ ਕੇ ਵਾਪਸ ਮੁੜਨ ਦੀ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸੰਗਤ ਦਾ ਕਾਹਲਪੁਣਾ ਵੇਖਿਆ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤੇ ਕਿ ਸੰਗਤ ਜੀ ਜਰਾ ਠਹਿਰੋ। ਇਹ ਬਚਨ ਸੁਣ ਕੇ ਸੰਗਤ ਖੜੀ ਹੋ ਗਈ, ਰੁਕ ਗਈ ਅਤੇ ਦੂਸਰਾ ਬਚਨ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੀਤਾ ਕਿ ਸੰਗਤ ਜੀ ਤੁਹਾਨੂੰ ਧਨ ਦੇਵਾਂਗੇ। ਇਹ ਬਚਨ ਸੁਣ ਕੇ ਤਾਂ ਸੰਗਤ ਬਹੁਤ ਖੁਸ਼ ਹੋ ਗਈ ਕਿ ਆ ਮਹਾਰਾਜ ਸਾਹਿਬ ਜੀ ਨੇ ਬੜਾ ਸੋਹਣਾ ਬਚਨ ਕੀਤਾ ਵੀ ਤੁਹਾਨੂੰ ਧਨ ਦੇਵਾਂਗੇ। ਤੀਸਰਾ ਬਚਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਕਿ ਸੰਗਤ ਜੀ ਤੁਹਾਨੂੰ ਮਰਵਾਵਾਂਗੇ। ਇਹ ਜਦੋਂ ਬਚਨ ਸੁਣਿਆ ਤਾਂ ਜਿੱਥੇ ਸੰਗਤ ਖੁਸ਼ ਹੋਈ ਸੀ, ਸੰਗਤ ਦੇ ਵਿੱਚ ਕਈ ਵਿਅਕਤੀ ਬਹੁਤ ਜ਼ਿਆਦਾ ਡਰ ਗਏ ਅਤੇ ਸੋਚਣ ਲੱਗ ਪਏ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸੁਭਾਅ ਹੈ ਇਹ ਜੰਗਜੂ ਹੈ, ਵੀਰ ਅਸੀਂ ਸੁਭਾਅ ਹੈ ਤੇ ਅਸੀਂ ਬਾਲ ਬੱਚੇਦਾਰ ਹਾਂ, ਕਿਤੇ ਮਹਾਰਾਜ ਜੰਗ ਜੁੱਧ ਕਰਾ ਕੇ ਸਾਨੂੰ ਮਰਵਾ ਹੀ ਨਾ ਦੇਣ। ਭੋਲੀ ਸੰਗਤ ਨੇ ਗੁਰੂ ਦੇ ਅਗੰਮੀ ਬਚਨ ਸਮਝੇ ਨਹੀਂ ਤੇ ਜਿਹੜੀ ਸੰਗਤ ਦੇ ਵਿੱਚ ਜਿਹੜੇ ਮੁਖੀ ਸੀ ਉਹ ਬੋਲੇ ਕਿ ਮਹਾਰਾਜ ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੜੀ ਦੂਰ ਤੋਂ ਚੱਲ ਕੇ ਆਏ ਹਾਂ ਤੇ ਮਹਾਰਾਜ ਤੁਸੀਂ ਕਿਰਪਾ ਹੀ ਕਰੋ, ਆ ਮਰਵਾਨ ਦੇ ਬਚਨ ਨਾ ਕਰੋ, ਕੋਈ ਚੰਗੇ ਚੰਗੇ ਬਚਨ ਕਰੋ, ਅੱਛੇ ਅੱਛੇ ਬਚਨ ਕਰੋ। ਕਿਉਂਕਿ ਸਾਧ ਸੰਗਤ ਜੀ ਇਨਸਾਨ ਮੌਤ ਤੋਂ ਬਹੁਤ ਡਰਦਾ ਹੈ ਅਤੇ ਮੌਤ ਸ਼ਬਦ ਵਰਤਨ ਦੇ ਵਿੱਚ ਵੀ ਗੁਰੇਜ਼ ਕਰਦਾ ਹੈ। ਹਾਲਾਂਕਿ ਮੌਤ ਇੱਕ ਟੱਲ ਸੱਚਾਈ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹ ਬਚਨ ਉਚਾਰਨ ਕੀਤੇ ਹਨ, ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਉ। ਸੰਸਾਰ ਨੂੰ ਮਰਨਾ ਨਹੀਂ ਚੰਗਾ ਲੱਗਦਾ, ਨਿਤ ਆਪ ਲੁਕਾਇਆ, ਆਪਣੇ ਆਪ ਨੂੰ ਵਿਅਕਤੀ ਲੁਕਾ ਕੇ ਰੱਖਦਾ ਹੈ ਕਿ ਮੈਂ ਮੌਤ ਤੋਂ ਬਚ ਸਕਾਂ। ਇਹ ਮੌਤ ਦਾ ਹੀ ਡਰ ਹੈ ਕਿ ਜਦੋਂ ਸਾਡੇ ਚਿੱਟੇ ਵਾਲ ਹੋ ਜਾਂਦੇ ਆ ਅਸੀਂ ਕਾਲੇ ਕਰ ਲੈਂਦੇ ਹਾਂ ਕਿ ਮੈਂ ਤੇ ਅਜੇ ਜਵਾਨ ਹਾਂ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਨੇ, ਰੈਨ ਗਈ ਮਤ ਦਿਨ ਭੀ ਜਾਏ, ਭਵਰ ਗਏ ਬੱਗ ਬੈਠੇ ਆਏ। ਰਾਤ ਚਲੇਗੀ ਯਾਨੀ ਕਾਲੇ ਕੇਸ ਚਲੇ ਗਏ, ਮਤ ਦਿਨ ਭੀ ਜਾਏ, ਮਤਾਂ ਇਹ ਚਿੱਟੇ ਵੀ ਨਾ ਚਲੇ ਜਾਣ, ਤੂੰ ਭਗਤੀ ਕਰ ਲੈ, ਸਿਮਰਨ ਕਰ ਲੈ। ਭਵਰ ਗਏ ਕਾਲੇ ਭੌਰੇ ਚਲੇ ਗਏ, ਬੱਗ ਬੈਠੇ ਆਏ, ਆ ਚਿੱਟੇ ਬਗਲੇ ਆ ਕੇ ਬੈਠ ਗਏ। ਪਰ ਇਹ ਇਨਸਾਨ ਏਡਾ ਚਤੁਰ ਹੈ, ਜਿਹੜੇ ਚਿੱਟੇ ਐ ਉਹਨਾਂ ਨੂੰ ਵੀ ਕਾਲੇ ਕਰ ਲੈਂਦਾ ਹੈ, ਆਪਣੇ ਮੁਖ ਦੇ ਉੱਤੇ ਕਾਲਖ ਲਾ ਲੈਂਦਾ ਹੈ। ਤੋ ਜਿਹੜੀ ਸੰਗਤ ਸੀ ਉਹਦੇ ਵਿੱਚੋਂ ਮੁਖੀ ਜਿਹੜੇ ਵਿਅਕਤੀ ਸੀ ਉਹ ਕਹਿਣ ਲੱਗੇ, ਮਹਾਰਾਜ ਸਾਨੂੰ ਚੰਗੇ ਚੰਗੇ ਬਚਨ ਕਰੋ,
ਅਸੀਂ ਤਾਂ ਬਾਲ ਬੱਚੇਦਾਰ ਹਾਂ। ਮਹਾਰਾਜ ਬੜੇ ਮੁਸਕਰਾਏ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਬਚਨ ਉਚਾਰਨ ਕੀਤੇ ਕਿ ਬੱਦਲ ਤਾਂ ਵਰਖਾ ਕਰ ਰਿਹਾ ਹੈ, ਪਰ ਜਿਸ ਜ਼ਿਮੀਂਦਾਰ ਨੇ ਆਪਣੀ ਜ਼ਮੀਨ ਦੇ ਵਿੱਚ ਆਪਣੀ ਪੈਲੀ ਦੀਆਂ ਵੱਟਾਂ ਹੀ ਨਹੀਂ ਸਵਾਰੀਆਂ, ਤੇ ਹੁਣ ਬੱਦਲ ਦਾ ਪਾਣੀ ਟਿਕਣਾ ਨਹੀਂ ਹੈ, ਅੱਗੇ ਲੰਘ ਜਾਏਗਾ। ਕਹਿਣ ਤੋਂ ਭਾਵ ਮਹਾਰਾਜ ਦਾ ਇਹ ਸੀ ਵੀ ਅਸੀਂ ਤਾਂ ਵਰਖਾ ਕਰ ਰਹੇ ਸੀ, ਮੀਂਹ ਵਰਾ ਰਹੇ ਸੀ ਬਖਸ਼ਿਸ਼ਾਂ ਦਾ, ਪਰ ਤੁਸੀਂ ਸੰਗਤ ਜੀ ਆਪਣੀਆਂ ਭਾਵਨਾਵਾਂ ਦੀਆਂ, ਸ਼ਰਧਾ ਦੀਆਂ ਵੱਟਾਂ ਹੀ ਨਹੀਂ ਕਾਇਮ ਕੀਤੀਆਂ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਬਜਾਈਐ ਫੂਕ। ਸੱਚੇ ਸਤਿਗੁਰੂ ਜੀ ਕੀ ਕਰ ਸਕਦੇ ਹੈ? ਅਗਿਆਨੀ ਜੀਵ ਦੇ ਇੱਕ ਵੀ ਬਚਨ ਅਸਰ ਕਰਦਾ ਹੀ ਨਹੀਂ। ਜਿਵੇਂ ਬਾਂਸ ਦੇ ਵਿੱਚ ਫੂਕ ਮਾਰੀਏ, ਇੱਕ ਪਾਸੋਂ ਦੂਜੇ ਪਾਸੇ ਨਿਕਲ ਜਾਂਦੀ ਹੈ, ਇੱਕ ਕੰਨ ਤੋਂ ਸੁਣਿਆ ਤੇ ਦੂਜੇ ਪਾਸੇ ਵਿਅਕਤੀ ਕੱਢ ਦਿੰਦਾ ਹੈ। ਜਿਵੇਂ ਕਿਸੇ ਨੇ ਸੰਗਤ ਵਿੱਚ ਪੁੱਛਿਆ ਵੀ ਇਹ ਕੰਨ ਦੋ ਕਿਉਂ ਦਿੱਤੇ ਹੈ? ਇੱਕ ਉੱਠ ਕੇ ਬੋਲਿਆ, ਕਹਿੰਦਾ ਕੰਨ ਦੋ ਇਸ ਕਰਕੇ ਦਿੱਤੇ ਹੈ, ਇਧਰੋਂ ਸੁਣੋ ਤੇ ਦੂਸਰੇ ਕੰਨ ਤੋਂ ਬਾਹਰ ਕੱਢ ਦਿਓ। ਇੱਕ ਦੂਸਰਾ ਉੱਠ ਕੇ ਬੋਲਿਆ, ਕਹਿੰਦਾ ਜੀ ਕੰਨ ਤਾਂ ਦੋ ਦਿੱਤੇ ਐ ਕਿ ਜੇ ਇੱਕ ਕੰਨ ਤੋਂ ਨਾ ਸੁਣਿਆ ਜਾਵੇ ਤੇ ਦੂਸਰੇ ਕੰਨ ਤੋਂ ਸੁਣ ਲਓ। ਤੇ ਤੀਸਰਾ ਵਿਅਕਤੀ ਉੱਠ ਕੇ ਬੋਲਿਆ, ਕਹਿੰਦਾ ਕੰਨ ਤਾਂ ਦੋ ਦਿੱਤੇ ਐ ਕਿ ਬਹੁਤਾ ਸੁਣੋ ਅਤੇ ਬੋਲੋ ਘੱਟ, ਰਸਨਾ ਇੱਕ ਦਿੱਤੀ ਹੈ। ਤੇ ਉਹ ਮਹਾਪੁਰਸ਼ ਕਹਿੰਦੇ ਬਿਲਕੁਲ ਸਹੀ ਹੈ, ਕੰਨ ਸਿਰਫ ਸੁਣਨ ਵਾਸਤੇ ਦਿੱਤੇ ਹੈ। ਇਹ ਸ਼ਰਵਣੋ ਮੇਰੇ ਹੋ, ਸਾਚੈ ਸੁਨਣੈ ਨੂੰ ਪਠਾਏ, ਸਾਚੈ ਸੁਨਣੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਬਾਣੀ ਸੁਣਨ ਵਾਸਤੇ, ਨਾਮ ਸੁਣਨ ਵਾਸਤੇ ਦਿੱਤੇ ਹੈ। ਤੇ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਅਸੀਂ ਤਾਂ ਬਖਸ਼ਿਸ਼ਾਂ ਦਾ ਮੀਂਹ ਵਰਾ ਰਹੇ ਸੀ, ਪਰ ਤੁਹਾਡੇ ਵਿੱਚ ਸ਼ਰਧਾ ਹੀ ਨਹੀਂ ਹੈ। ਅਤੇ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ, ਅਸੀਂ ਤੁਹਾਨੂੰ ਇਹ ਬਚਨ ਕੀਤਾ ਸੀ ਕਿ ਸੰਗਤ ਜੀ ਜਰਾ ਠਹਿਰੋ। ਉਹਦਾ ਮਤਲਬ ਇਹ ਸੀ ਕਿ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਹੋ, ਕਾਹਲੀ ਕਾਹਲੀ ਨਾ ਆਇਆ ਕਰੋ, ਤੇਜ਼ੀ ਨਾਲ ਨਾ ਆਇਆ ਕਰੋ, ਧੀਰਜ ਨਾਲ ਆਇਆ ਕਰੋ, ਅਤੇ ਸੰਗਤ ਵਿੱਚ ਥੋੜਾ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਥੋੜਾ ਠਹਿਰਿਆ ਕਰੋ, ਥੋੜਾ ਬੈਠਿਆ ਵੀ ਕਰੋ ਸੰਗਤ ਦੇ ਵਿੱਚ, ਅਤੇ ਆਪਣੇ ਮਨ ਨੂੰ ਵੀ ਟਿਕਾਇਆ ਕਰੋ ਥੋੜਾ ਜਿਹਾ। ਦੂਸਰਾ ਬਚਨ ਅਸੀਂ ਤੁਹਾਨੂੰ ਉਚਾਰਨ ਕੀਤਾ ਸੀ ਕਿ ਅਸੀਂ ਤੁਹਾਨੂੰ ਧਨ ਦੇਵਾਂਗੇ, ਜਿਸ ਤੇ ਤੁਸੀਂ ਬੜੇ ਖੁਸ਼ ਹੋਏ। ਜਦੋਂ ਤੁਸੀਂ ਸੰਗਤ ਵਿੱਚ ਆਓਗੇ, ਅਸੀਂ ਤੁਹਾਨੂੰ ਨਾਮ ਧਨ ਦੇਵਾਂਗੇ, ਕਿਉਂਕਿ ਨਾਮ ਧਨ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਜਿੱਥੇ ਨਾਮ ਆ ਜੇ ਨਾ ਸਾਧ ਸੰਗਤ ਜੀ, ਰਿੱਧੀਆਂ ਸਿੱਧੀਆਂ ਸਭ ਪਿੱਛੇ ਲੱਗਿਆ ਫਿਰ ਹੈ, ਜੋ ਹਰ ਹਿਰਦਾ ਸਦਾ ਵਸਾਏ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਆ ਦੁਨਿਆਵੀ ਧਨ ਤਾਂ ਆਪ ਹੀ ਆ ਜਾਂਦਾ ਹੈ। ਤੀਸਰਾ ਬਚਨ ਅਸੀਂ ਤੁਹਾਨੂੰ ਕੀਤਾ ਸੀ ਕਿ ਤੁਹਾਨੂੰ ਮਰਵਾਵਾਂਗੇ, ਜਿਹਦੇ ਕਰਕੇ ਤੁਸੀਂ ਬਹੁਤ ਜ਼ਿਆਦਾ ਡਰ ਗਏ। ਸੋ ਅਸੀਂ ਤੇ ਬਚਨ ਕੀਤਾ ਸੀ ਕਿ ਤੁਹਾਨੂੰ ਮਰਨ ਦੀ ਜਾਂਚ ਦੱਸਾਂਗੇ, ਕਿਉਂਕਿ ਸਾਧ ਸੰਗਤ ਜੀ ਮਰਨਾ ਤੇ ਇੱਕ ਟਲ ਸੱਚਾਈ ਹੈ। ਗੁਰੂ ਸਾਹਿਬ ਜੀ ਦੇ ਬਾਣੀ ਦੇ ਵਿੱਚ ਬਚਨ ਹਨ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਕਿਸੇ ਨੇ ਅੱਜ ਚਲੇ ਜਾਣਾ, ਕਿਸੇ ਨੇ ਕੱਲ ਚਲੇ ਜਾਣਾ, ਕਿਸੇ ਨੇ ਪਰਸੋਂ ਚਲੇ ਜਾਣਾ ਹੈ। ਜਾਣਾ ਤਾਂ ਸਾਰਿਆਂ ਨੇ ਹੀ ਹੈ। ਬ੍ਰਹਮ ਗਿਆਨੀ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਇਹ ਬਚਨ ਉਚਾਰਨ ਕੀਤੇ ਨੇ, ਅਜ਼ ਗੁਜ਼ਸ਼ਤਨਹਾ ਚੇ ਮੀ ਪੁਰਸੀ ਦਰੀ ਦਹਰੇ ਖਰਾਬ,
ਬਾਦਸ਼ਾਹ ਖਾਹਦ ਗੁਜਸ਼ਤੂ ਹਮ ਗਦਾ ਖਾਹਦ ਗੁਜਸ਼ਤ। ਭਾਈ ਨੰਦ ਲਾਲ ਸਾਹਿਬ ਜੀ ਫਰਮਾਉਂਦੇ ਹੈ, ਸਾਧ ਸੰਗਤ ਜੀ, ਇਸ ਨਿਕੰਮੀ ਦੁਨੀਆ ਦੇ ਵਿੱਚੋਂ ਚਲੇ ਜਾਣ ਦੀ ਗੱਲ ਕੀ ਕਰੀਏ। ਇੱਥੇ ਬਾਦਸ਼ਾਹ ਵੀ ਤੁਰਿਆ ਜਾ ਰਿਹਾ ਹੈ, ਇੱਥੇ ਮੰਗਤਾ ਵੀ ਤੁਰਿਆ ਜਾ ਰਿਹਾ ਹੈ। ਤੋ ਮਹਾਰਾਜ ਨੇ ਇਹ ਬਚਨ ਉਚਾਰਨ ਕੀਤੇ ਵੀ ਅਸੀਂ ਬਚਨ ਕਿਹਾ ਸੀ ਤੁਹਾਨੂੰ ਮਰਵਾਵਾਂਗੇ, ਯਾਨੀ ਤੁਹਾਨੂੰ ਮਰਨ ਦੀ ਜਾਂਚ ਦੱਸਾਂਗੇ, ਸਫਲ ਮਰਨਾ ਕਿਹੜਾ ਹੈ। ਕਿਉਂਕਿ ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਗੁਰੂ ਸਾਹਿਬ ਸਾਨੂੰ ਮਰਨ ਦੀ ਜਾਂਚ ਦੱਸਦੇ ਆ, ਕਿਵੇਂ ਗੁਰੂ ਵਾਲੇ ਬਣ ਕੇ ਤਿਆਰ ਪਰ ਤਿਆਰ ਹੋ ਕੇ, ਰਹਿਤ ਮਰਿਆਦਾ ਦੇ ਵਿੱਚ ਪਰਪੱਕ ਹੋ ਕੇ, ਸੇਵਾ ਸਿਮਰਨ ਨਿਤਨੇਮ ਬਾਣੀ ਦੇ ਵਿੱਚ ਪਰਪੱਕ ਹੋ ਕੇ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦਾ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਦੇ ਹੋਏ, ਸੰਸਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਸੇਵਾ ਸਿਮਰਨ ਕਰਦੇ ਹੋਏ, ਹੱਥ ਕਾਰ ਵੱਲ ਚਿੱਤ ਕਰਤਾਰ ਵੱਲ, ਇਸ ਤਰ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਆਖਰ ਮਰਨਾ ਤਾਂ ਹੈ ਹੀ ਹੈ। ਫਿਰ ਚੜ੍ਹਦੀ ਕਲਾ ਨਾਲ ਜਾਣਾ। ਜਿਸ ਮੌਤ ਨੂੰ ਸੁਣ ਕੇ ਸਾਨੂੰ ਡਰ ਲੱਗਦਾ ਹੈ, ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਕਿਉਂਕਿ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਤਾਂ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਣਾ ਹੈ। ਮਰਨ ਤੋਂ ਬਾਅਦ ਸਾਡੀ ਜੋਤ ਦਾ ਪਰਮ ਜੋਤੀ ਦੇ ਨਾਲ ਮਿਲਾਪ ਹੋਣਾ ਹੈ। ਤੇ ਉਸ ਦਿਨ ਨੂੰ ਬੰਦਾ ਡਰੇ ਜਿਨੇ ਦਾ ਸਾਧ ਸੰਗਤ ਜੀ ਨਾਮ ਦੀ ਕਮਾਈ ਕੀਤੀ ਹੈ, ਭਜਨ ਕੀਤਾ ਹੈ, ਤੇ ਉਹਨਾਂ ਨੂੰ ਤਾਂ ਚਾਅ ਪੈਦਾ ਹੋ ਜਾਂਦਾ ਹੈ। ਤੋ ਸਾਧ ਸੰਗਤ ਜੀ ਉਸ ਸਮੇਂ ਸੰਗਤ ਨੇ ਮਹਾਰਾਜ ਜੀ ਦੇ ਤੋਂ ਮੁਆਫੀ ਮੰਗੀ। ਮਹਾਰਾਜ ਸਾਨੂੰ ਆਪ ਜੀ ਦੇ ਅਗੰਮੀ ਬਚਨ ਸਮਝ ਨਹੀਂ ਆਏ, ਸਾਨੂੰ ਮੁਆਫ ਕਰ ਦੇਵੋ। ਤੋ ਸਾਧ ਸੰਗਤ ਜੀ ਇਸ ਇਤਿਹਾਸ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਜਦੋਂ ਅਸੀਂ ਸੰਗਤ ਵਿੱਚ ਆਈਏ ਨਾ ਤਾਂ ਥੋੜਾ ਜਿਹਾ ਠਹਿਰੀਏ, ਕਾਹਲੀ ਨਾ ਕਰੀਏ, ਅਤੇ ਕੁਝ ਚਿਰ ਬੈਠੀਏ ਅਤੇ ਮਨ ਨੂੰ ਵੀ ਟਿਕਾਈਏ। ਭਾਵੇਂ ਮਨ ਬਹੁਤ ਚੰਚਲ ਹੈ, ਟਿਕਦਾ ਤੇ ਹੈ ਨਹੀਂ ਹੈ, ਪਰ ਫਿਰ ਵੀ ਯਤਨ ਕਰੀਏ। ਬਾਰ-ਬਾਰ ਮਨ ਨੂੰ, ਜਦੋਂ ਮਨ ਬਾਹਰ ਜਾਂਦਾ ਫੇਰ ਵਾਪਸ ਲੈ ਕੇ ਆਓ। ਕੁੱਟ-ਕੁੱਟ ਮਨ ਕਸਵੱਟੀ ਲਾਵੈ। ਕਿਤੇ ਇਹ ਨਾ ਹੋਵੇ ਬੈਠੀ ਅਸੀਂ ਸੰਗਤ ਵਿੱਚ ਹੋਈਏ ਤੇ ਮਨ ਕਿਤੇ ਹੋਰ ਹੀ ਭੱਜਿਆ ਫਿਰਦਾ ਹੋਵੇ, ਫਿਰ ਵੀ ਸਤ ਸੰਗਤ ਦਾ ਅਸੀਂ ਪੂਰਨ ਲਾਭ ਨਹੀਂ ਪ੍ਰਾਪਤ ਕਰ ਸਕਦੇ। ਜਿਵੇਂ ਸਾਧ ਸੰਗਤ ਜੀ ਆਪ ਜੀ ਨੇ ਇਹ ਇਤਿਹਾਸਕ ਵਾਰਤਾ ਬੜੀ ਵਾਰ ਸੁਣੀ ਹੋਵੇਗੀ ਕਿ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈਂ ਨਦੀ ਦੇ ਵਿੱਚ ਪ੍ਰਵੇਸ਼ ਹੋ ਕੇ ਸੱਚਖੰਡ ਗਏ ਅਤੇ ਮਹਾਰਾਜ ਸਾਹਿਬ ਜੀ ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ ਮੂਲ ਮੰਤਰ ਲੈ ਕੇ ਆਏ। ਤੇ ਜਦੋਂ ਮਹਾਰਾਜ ਸਾਹਿਬ ਜੀ ਮੂਲ ਮੰਤਰ ਲੈ ਕੇ ਆਏ ਤੇ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਇਹ ਵੀ ਬਚਨ ਉਚਾਰਨ ਕੀਤੇ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਕਿ ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ, ਯਾਨੀ ਸਾਰਾ ਬ੍ਰਹਮ ਹੀ ਬ੍ਰਹਮ ਹੈ, ਰੱਬ ਹੀ ਰੱਬ ਹੈ। ਸ੍ਰੀ ਸੁਲਤਾਨਪੁਰ ਲੋਧੀ ਦਾ ਜਿਹੜਾ ਨਵਾਬ ਸੀ ਦੌਲਤ ਖਾਂ ਲੋਧੀ, ਉਸ ਨੇ ਜਦੋਂ ਇਹ ਬਚਨ ਸੁਣੇ ਤੇ ਮਹਾਰਾਜ ਸਾਹਿਬ ਜੀ ਨੂੰ ਆ ਕੇ ਕਹਿਣ ਲੱਗਿਆ ਕਿ ਤੁਸੀਂ ਕਹਿੰਦੇ ਹੋ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ ਤੇ ਸਾਰੇ ਪਾਸੇ ਰੱਬ ਹੀ ਹੈ, ਤੇ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰੋ ਮਸਜਿਦ ਦੇ ਵਿੱਚ ਚੱਲ ਕੇ। ਜੇ ਸਭ ਪਾਸੇ ਰੱਬ ਹੈ ਤਾਂ ਮਸਜਿਦ ਵਿੱਚ ਵੀ ਤਾਂ ਰੱਬ ਹੈ। ਮਹਾਰਾਜ ਕਹਿੰਦੇ ਚਲੋ ਅਸੀਂ ਤੁਹਾਡੇ ਨਾਲ ਨਮਾਜ਼ ਅਦਾ ਕਰਦੇ ਹਾਂ। ਤੇ ਸਾਧ ਸੰਗਤ ਜੀ ਸੋ ਦੌਲਤ ਖਾਂ ਲੋਧੀ ਨਵਾਬ ਜਿਹੜਾ ਸੀ ਉਹ ਮਸਜਿਦ ਵਿੱਚ ਗੁਰੂ ਸਾਹਿਬ ਜੀ ਨੂੰ ਲੈ ਕੇ ਚਲਾ ਗਿਆ। ਅੱਗੇ ਲੋਕਾਂ ਦਾ ਬਹੁਤ ਇਕੱਠ ਸੀ।
ਬਹੁਤ ਮੁਸਲਮਾਨ ਵੀਰ ਬੈਠੇ ਹੋਏ ਸੀ ਤੇ ਜਿਵੇਂ ਮੁਸਲਮਾਨ ਨਮਾਜ਼ ਅਦਾ ਕਰਦੇ ਐ, ਸਿਜਦਾ ਕਰਦੇ ਐ ਔਰ ਹੇਠਾਂ ਝੁਕਦੇ ਐ ਔਰ ਕੰਨਾਂ ਨੂੰ ਵੀ ਹੱਥ ਲਾਉਂਦੇ ਐ, ਇਸ ਤਰ੍ਹਾਂ ਦੌਲਤ ਖਾਂ ਲੋਧੀ ਨੇ ਨਮਾਜ਼ ਅਦਾ ਕੀਤੀ। ਪਰ ਮਹਾਰਾਜ ਸਾਹਿਬ ਜੀ ਖੜੇ ਰਹੇ। ਜਦੋਂ ਦੌਲਤ ਖਾਂ ਲੋਧੀ ਨੇ ਨਮਾਜ਼ ਅਦਾ ਕੀਤੀ ਤੇ ਮਹਾਰਾਜ ਵੱਲ ਵੇਖ ਕੇ ਕਹਿਣ ਲੱਗਿਆ ਦੌਲਤ ਖਾਂ ਲੋਧੀ ਕਿ ਮਹਾਰਾਜ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਵੀ ਤੁਹਾਡੇ ਨਾਲ ਨਮਾਜ਼ ਅਦਾ ਕਰਾਂਗੇ, ਪਰ ਤੁਸੀਂ ਨਮਾਜ਼ ਕਿਉਂ ਨਹੀਂ ਅਦਾ ਕੀਤੀ? ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਉਚਾਰਨ ਕੀਤੇ ਕਿ ਦੌਲਤ ਖਾਂ ਲੋਧੀ ਸਾਹਿਬ, ਬਿਲਕੁਲ ਅਸੀਂ ਠੀਕ ਕਿਹਾ ਸੀ ਵੀ ਤੁਹਾਡੇ ਨਾਲ ਨਮਾਜ਼ ਅਦਾ ਕਰਾਂਗੇ, ਪਰ ਅਸੀਂ ਇਹ ਕਿਹਾ ਸੀ ਜੇ ਤੁਸੀਂ ਨਮਾਜ਼ ਅਦਾ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਨਮਾਜ਼ ਅਦਾ ਕਰਾਂਗੇ। ਪਰ ਦੌਲਤ ਖਾਂ ਲੋਧੀ ਸਾਹਿਬ, ਤੁਸੀਂ ਹਾਕਮ ਹੋ, ਤੁਸੀਂ ਇੱਕ ਆਗੂ ਹੋ, ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਨਮਾਜ਼ ਨਹੀਂ ਅਦਾ ਕੀਤੀ। ਬੈਠੇ ਤੁਸੀਂ ਮਸਜਿਦ ਦੇ ਵਿੱਚ ਹੋ ਪਰ ਤੁਹਾਡਾ ਮਨ ਤਾਂ ਕਿਤੇ ਹੋਰ ਹੈ। ਦੌਲਤ ਖਾਂ ਲੋਧੀ ਥੋੜਾ ਜਿਹਾ ਕੰਬਿਆ, ਉਸ ਦਾ ਮਨ ਕਹਿੰਦਾ ਇਹ ਕਿੱਧਰ ਗੱਲ ਚਲੇਗੀ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਿਆ ਨਹੀਂ ਮਹਾਰਾਜ ਮੈਂ ਨਮਾਜ਼ ਅਦਾ ਕੀਤੀ ਹੈ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ, ਦੌਲਤ ਖਾਂ ਲੋਧੀ ਸਾਹਿਬ ਤੁਸੀਂ ਇਬਾਦਤ ਨਹੀਂ ਕਰ ਰਹੇ ਸੀ, ਤੁਸੀਂ ਤਾਂ ਤਿਜਾਰਤ ਕਰ ਰਹੇ ਸੀ, ਤੁਸੀਂ ਬੰਦਗੀ ਨਹੀਂ ਕਰ ਰਹੇ ਸੀ, ਤੁਸੀਂ ਤਾਂ ਵਪਾਰ ਕਰ ਰਹੇ ਸੀ। ਤੁਹਾਡਾ ਮਨ ਤਾਂ, ਤੁਸੀਂ ਤਾਂ ਕਾਬਲ ਕੰਧਾਰ ਪਹੁੰਚੇ ਹੋਏ ਸੀ, ਘੋੜੇ ਖਰੀਦ ਰਹੇ ਸੀ। ਤੁਸੀਂ ਬੈਠੇ ਤੁਸੀਂ ਮਸਜਿਦ ਦੇ ਵਿੱਚ ਹੋ, ਮਨ ਤੁਹਾਡਾ ਕਾਬਲ ਕੰਧਾਰ ਪਹੁੰਚਿਆ ਹੋਇਆ ਹੈ। ਦੌਲਤ ਖਾਂ ਲੋਧੀ ਹੱਕਾ ਬੱਕਾ ਹੀ ਰਹਿ ਗਿਆ ਤੇ ਮਹਾਰਾਜ ਦੇ ਚਰਨ ਪਕੜ ਲਏ ਔਰ ਜਾਣ ਗਿਆ ਵੀ ਇਹ ਤਾਂ ਅੰਤਰਜਾਮੀ ਹੈ। ਤੋ ਸਾਧ ਸੰਗਤ ਜੀ ਨਾਲ ਮਸਜਿਦ ਦਾ ਜਿਹੜਾ ਕਾਜ਼ੀ ਸੀ ਉਹ ਬੈਠਾ ਸੀ, ਉਹਦੇ ਵਿੱਚ ਧਰਮ ਦਾ ਥੋੜਾ ਜ਼ਿਆਦਾ ਜੋਸ਼ ਸੀ। ਉਹ ਜੋਸ਼ ਵਿੱਚ ਬੋਲਿਆ, ਕਹਿੰਦਾ ਜੀ ਚਲੋ ਦੌਲਤ ਖਾਂ ਲੋਧੀ ਸਾਹਿਬ ਜੀ ਨੇ ਨਮਾਜ਼ ਨਹੀਂ ਅਦਾ ਕੀਤੀ, ਪਰ ਮੈਂ ਤਾਂ ਕੀਤੀ ਹੈ, ਮੇਰੇ ਨਾਲ ਤੁਸੀਂ ਨਮਾਜ਼ ਅਦਾ ਕਰ ਲੈਂਦੇ। ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਕਾਜ਼ੀ ਸਾਹਿਬ ਨੂੰ ਕਹਿਣ ਲੱਗੇ, ਕਾਜ਼ੀ ਸਾਹਿਬ ਤੁਸੀਂ ਧਰਮ ਦੇ ਆਗੂ ਹੋ, ਤੁਹਾਡਾ ਜੀਵਨ ਇੱਕ ਪ੍ਰੇਰਨਾ ਸਰੋਤ ਹੈ। ਕਾਜ਼ੀ ਸਾਹਿਬ ਤੁਸੀਂ ਵੀ ਨਮਾਜ਼ ਨਹੀਂ ਅਦਾ ਕੀਤੀ। ਕਾਜ਼ੀ ਕਹਿੰਦਾ ਮੈਂ ਕੀਤੀ ਹੈ ਨਮਾਜ਼ ਅਦਾ। ਭਾਵੇਂ ਦੌਲਤ ਖਾਂ ਲੋਧੀ ਨੇ ਉਸ ਕਾਜ਼ੀ ਨੂੰ ਰੋਕਿਆ ਵੀ ਕਾਜ਼ੀ ਸਾਹਿਬ ਰਹਿਣ ਦਿਓ, ਇਹ ਅੰਤਰਜਾਮੀ ਹੈ, ਇਹਨਾਂ ਨੇ ਸਾਰਾ ਪਰਦਾ ਫਾਸ਼ ਕਰ ਦੇਣਾ। ਪਰ ਉਹਦੇ ਵਿੱਚ ਧਰਮ ਦਾ ਜ਼ਿਆਦਾ ਜੋਸ਼ ਸੀ ਤੇ ਉਹ ਬੋਲਿਆ, ਕਹਿੰਦਾ ਮੈਂ ਤੇ ਨਮਾਜ਼ ਅਦਾ ਕੀਤੀ ਹੈ। ਤੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਉਚਾਰਨ ਕੀਤੇ, ਕਾਜ਼ੀ ਸਾਹਿਬ ਤੁਸੀਂ ਤਾਂ ਘੋੜੀ ਦੇ ਬਛੇਰੇ ਦੇ ਮਗਰ ਭੱਜੇ ਭੱਜੇ ਫਿਰਦੇ ਸੀ, ਤੁਸੀਂ ਤਾਂ ਆਪਣੇ ਘਰ ਦੇ ਵਿੱਚ ਜਿਹੜੀ ਘੋੜੀ ਸੂਈ ਹੈ ਔਰ ਵਛੇਰੇ ਦੇ ਮਗਰ ਤੁਹਾਡਾ ਮਨ ਭੱਜਿਆ ਫਿਰ ਰਿਹਾ ਸੀ, ਕਿਤੇ ਉਹ ਵਛੇਰਾ ਜਿਹੜਾ ਹੈ ਕਿਤੇ ਘਰ ਦੀ ਖੂਹੀ ਦੇ ਵਿੱਚ ਨਾ ਡਿੱਗ ਪਵੇ, ਘਰ ਦੇ ਖੂਹ ਦੇ ਵਿੱਚ ਨਾ ਡਿੱਗ ਪਵੇ। ਤੁਸੀਂ ਇੱਥੇ ਥੋੜਾ ਬੈਠੇ ਸੀ। ਉਹ ਕਾਜ਼ੀ ਜਿਹੜਾ ਸੀ ਬੜਾ ਸ਼ਰਮਸਾਰ ਹੋਇਆ, ਪਤਾ ਲੱਗ ਗਿਆ ਵੀ ਇਹ ਤਾਂ ਅੰਤਰਜਾਮੀ ਹੈ। ਤੇ ਲੋਕ ਵੀ ਬੜੇ ਹੱਸੇ, ਕਹਿੰਦੇ ਦੇਖ ਲੋ ਧਾਰਮਿਕ ਹੈ, ਕਾਜ਼ੀ ਸਾਹਿਬ ਸਾਨੂੰ ਉਪਦੇਸ਼ ਦਿੰਦੇ ਐ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰੋਂ ਚਾਨਣਾ ਅੰਦਰ ਹਨੇਰਾ ਹੈ। ਤੋ ਮਹਾਰਾਜ ਸਾਹਿਬ ਜੀ ਨੇ ਉਦੋਂ ਸਾਧ ਸੰਗਤ ਜੀ ਸ੍ਰੀ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ ਉਪਦੇਸ਼ ਦਿੱਤਾ ਕਿ ਸੰਗਤ ਜੀ ਜੇ ਮਸਜਿਦ ਵਿੱਚ ਆਈਏ ਤੇ ਮਨ ਨੂੰ ਵੀ ਲੈ ਕੇ ਆਈਏ, ਮਨ ਨੂੰ ਵੀ ਉੱਥੇ ਟਿਕਾਈਏ। ਜੇ ਸੰਗਤ ਵਿੱਚ ਆਈਏ
ਤੇ ਹਾਜ਼ਰੀ ਲਵਾਈਏ, ਮਨ ਦੀ ਹਾਜ਼ਰੀ ਵੀ ਲਵਾਈਏ। ਕਿਤੇ ਇਹ ਨਾ ਹੋਵੇ ਮਾਲਾ ਫਿਰੈ ਹਾਥ ਮੈਂ, ਜੀਭ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ, ਯਹ ਸਿਮਰਨ ਕਛ ਨਾਹੀ। ਮਾਲਾ ਹੱਥ ਵਿੱਚ ਹੈ, ਮੁਖ ਤੋਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ, ਠੌਰ ਠੌਰ ਮਨੁਆ ਫਿਰੈ, ਮਨ ਭੱਜਿਆ ਫਿਰ ਰਿਹਾ, ਯਹ ਸਿਮਰਨ ਕਛ ਨਾਹੀ। ਇਹਨੂੰ ਸਿਮਰਨ ਨਹੀਂ ਕਹਿੰਦੇ ਹੈ। ਸਾਧ ਸੰਗਤ ਜੀ, ਉੱਥੇ ਸ੍ਰੀ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ ਉੱਥੇ ਗੁਰਦੁਆਰਾ ਸਾਹਿਬ ਹੈ, ਔਰ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਅੰਤਰਯਾਮਤਾ ਸਾਹਿਬ। ਔਰ ਇਹ ਮਹਾਰਾਜ ਸਾਹਿਬ ਜੀ ਨੇ ਉੱਥੇ ਇਹ ਸਿੱਖਿਆ ਦਿੱਤੀ ਕਿ ਸੰਗਤ ਵਿੱਚ ਜਦੋਂ ਆਓ ਤੇ ਆਪਣੇ ਮਨ ਨੂੰ ਟਿਕਾ ਕੇ ਰੱਖੋ, ਕੋਸ਼ਿਸ਼ ਕਰੋ। ਜਿਵੇਂ ਕਿਸੇ ਸਾਧੂ ਮਹਾਤਮਾ ਨੂੰ ਕੋਈ ਕਹਿੰਦਾ ਮੇਰਾ ਮਨ ਨਹੀਂ ਟਿਕਦਾ ਹੈ, ਤੇ ਉਹ ਸਾਧੂ ਕਹਿੰਦੇ ਤੂੰ ਇਸ ਪੰਕਤੀ ਦਾ ਅਭਿਆਸ ਕਰਿਆ ਕਰ, ਕਹੋ ਨਾਨਕ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲੈ ਤੇਰਾ ਮਾਰਗ। ਨਾਲ ਬੋਲੀ ਜਿਆ ਕਰ ਸਤਨਾਮ ਵਾਹਿਗੁਰੂ। ਤੇ ਜੇ ਨਹੀਂ ਮਨ ਲੱਗਦਾ ਤੇ ਗੁਰੂ ਅੱਗੇ ਬੇਨਤੀ ਕਰਨੀ ਹੈ। ਫੇਰ ਸਾਧ ਸੰਗਤ ਜੀ, ਜਿਹੜਾ ਸੰਗਤ ਵਿੱਚ ਬੈਠਣਾ ਹੈ ਨਾ, ਇਹ ਵੀ ਸਾਵਧਾਨ ਹੋ ਕੇ ਬੈਠੇ। ਮਹਾਰਾਜ ਨੇ ਬਾਣੀ ਦੇ ਵਿੱਚ ਇਹ ਬਚਨ ਉਚਾਰਨ ਕੀਤੇ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਤੁਸੀਂ ਸਾਵਧਾਨ ਹੋ ਕੇ ਬੈਠੋ। ਕਈਆਂ ਨੂੰ ਬੈਠਣਾ ਵੀ ਨਹੀਂ ਆਉਂਦਾ ਹੈ, ਕਦੀ ਇੱਧਰ ਹੁੰਦੇ ਆ ਕਦੀ ਉੱਧਰ ਹੁੰਦੇ ਆ, ਤੇ ਵੈਸੇ ਤੇ ਬਿਮਾਰੀਆਂ ਹੀ ਬੜੀਆਂ ਲੱਗ ਗਈਆਂ, ਚੌਂਕੜਾ ਮਾਰ ਕੇ ਬੈਠਿਆ ਹੀ ਨਹੀਂ ਜਾਂਦਾ। ਅਸੀਂ ਤਾਂ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਕਈਆਂ ਨੇ ਤਾਂ ਕੁਰਸੀਆਂ ਹੀ ਵਿੱਚ ਰੱਖ ਲਈਆਂ, ਔਰ ਚੰਗੇ ਕਰਮ ਬਣਾਉਂਦੇ ਹੋਏ ਪਾਪ ਕਰੀ ਜਾ ਰਹੇ ਹਾਂ। ਪਹਿਲਾਂ ਆਪਣੇ ਸਰੀਰ ਨੂੰ ਸਾਧਿਆ ਨਹੀਂ, ਔਰ ਸਰੀਰ ਤੇ ਕੰਟਰੋਲ ਨਹੀਂ ਰੱਖਿਆ, ਸਰੀਰ ਦੇ ਵਿੱਚ ਰੋਗ ਲੱਗ ਗਏ, ਫਿਰ ਹੁਣ ਬੈਠਿਆ ਨਹੀਂ ਜਾਂਦਾ। ਹਾਲਾਂਕਿ ਇੱਕ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਵੀ ਸੰਗਤ ਵਿੱਚ ਕਿਵੇਂ ਬਹਿਣਾ ਹੈ, ਤਾਂ ਉਹ ਸ਼ਾਇਰ ਕਹਿੰਦਾ ਕਿ ਬੈਠ ਜਾ ਉਸਕੇ ਦਰ पे नक्शे पा की तरह, बैठ जा उसके दर पे नक्शे पा की तरह, कि मिट तो जाए लेकिन कोई उठा ना सके। ये बड़ा सोहना बचन एक शायर ने उच्चारण किया भी बैठ जा उसके दर पे, भी संगत विच इस तरह बैठ तू नक्शे पा की तरह। नक्शे पा दा साध संगत जी अर्थ हुंदा है जिवें कोई चिक्कड़ होवे ਜਾਂ ਗਿੱਲੀ ਰੇਤ ਹੋਵੇ, ਉਹਦੇ ਵਿੱਚ ਪੈਰ ਰੱਖ ਦਈਏ ਨਾ ਤਾਂ ਪੈਰ ਜਿਹੜਾ ਹੈ ਉਹਦਾ ਉਹ ਛਪ ਜਾਂਦਾ ਹੈ, ਉਸ ਦਾ ਨਕਸ਼ਾ ਬਣ ਜਾਂਦਾ ਹੈ। ਤੇ ਕਹਿੰਦੇ ਇਸ ਤਰ੍ਹਾਂ ਬਹਿ ਜਾ ਜਿਵੇਂ ਚਿੱਕੜ ਦੇ ਵਿੱਚ ਪੈਰ ਜਿਹੜਾ ਹੈ ਉਹ ਛਪ ਜਾਂਦਾ ਹੈ। ਫਿਰ ਅੱਗੇ ਉਹ ਸ਼ਾਇਰ ਕਹਿੰਦਾ ਹੈ ਕਿ ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਉਸ ਚਿੱਕੜ ਦੇ ਵਿੱਚ ਛਪੇ ਹੋਏ ਪੈਰ ਨੂੰ ਕੋਈ ਮਿਟਾ ਤਾਂ ਸਕਦਾ ਹੈ, ਲੇਕਿਨ ਉਸ ਪੈਰ ਨੂੰ ਚਿੱਕੜ ਚੋਂ ਕੱਢ ਨਹੀਂ ਸਕਦਾ ਹੈ। ਤੋ ਸੰਗਤ ਵਿੱਚ ਇਸ ਤਰ੍ਹਾਂ ਬੈਠ, ਅਡੋਲ ਬੈਠ, ਟਿਕ ਕੇ ਬੈਠ। ਇੱਕ ਬੜੀ ਸੁੰਦਰ ਵਾਰਤਾ ਦਾਸ ਨੇ ਇੱਕ ਗ੍ਰੰਥ ਦੇ ਵਿੱਚੋਂ ਪੜ੍ਹੀ, ਬੜੀ ਸਿੱਖਿਆਦਾਇਕ ਹੈ, ਲੈਲਾ ਤੇ ਮਜਨੂ ਦੀ। ਕਿਉਂਕਿ ਲੈਲਾ ਤੇ ਮਜਨੂ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ। ਲੈਲਾ ਮਜਨੂ ਆਸਕੀ ਚੌਚੱਕੀ ਜਾਤੀ। ਬ੍ਰਹਮ ਗਿਆਨੀ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਕੀਤੀ ਹੈ। ਮਗੋ ਅਜ਼ਹਾਲ ਲੈਲਾ ਬਾਦਲੇ ਸ਼ੋਰੀਦਾ ਇਹ ਗੋਇਆ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਫਰਨਾਮੇ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਇਹ ਲੈਲਾ ਮਜਨੂ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਪ੍ਰੇਮ ਸੀ ਉਹ ਰੂਹ ਦਾ ਪ੍ਰੇਮ ਸੀ। ਉਹ ਇੱਕ ਵਾਰਤਾ ਦਾਸ ਨੇ ਪੜ੍ਹੀ ਕਿ ਲੈਲਾ ਮਜਨੂ ਦੇ ਪ੍ਰੇਮ ਦੇ ਵਿੱਚ ਏਡੀ ਬੇਸੁੱਧ ਹੋਈ
ਤੇ ਮਜਨੂ ਮਜਨੂ ਕਹਿੰਦੀ ਹੋਈ ਖੁਮਾਰੀ ਦੇ ਵਿੱਚ ਤੇ ਰੇਗਿਸਤਾਨ ਦੇ ਜੰਗਲਾਂ ਵਿੱਚ ਜਾ ਰਹੀ ਸੀ। ਖੁਮਾਰੀ ਸਾਧ ਸੰਗਤ ਜੀ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਨਾ ਹੋਸ਼ ਹੋਵੇ ਤਾਂ ਨਾ ਬੇਹੋਸ਼ ਹੋਵੇ। ਸੁੱਧ ਬੁੱਧ ਵਿਸਰੀ ਹੋਈ ਸੀ ਤੇ ਲੈਲਾ ਤੁਰੀ ਜਾ ਰਹੀ ਸੀ। ਤੇ ਰਸਤੇ ਦੇ ਵਿੱਚ ਸਾਧ ਸੰਗਤ ਜੀ ਕੋਈ ਮੌਲਵੀ ਜਿਹੜਾ ਸੀ ਉਹ ਮਸੱਲਾ ਵਿਛਾ ਕੇ ਜਿਹਦੇ ਉੱਤੇ ਬੈਠ ਕੇ ਮੁਸਲਮਾਨ ਵੀਰ ਨਮਾਜ਼ ਅਦਾ ਕਰਦੇ ਆ, ਉਹ ਮੌਲਵੀ ਨਮਾਜ਼ ਅਦਾ ਕਰ ਰਿਹਾ ਸੀ। ਤੇ ਉਹ ਲੈਲਾ ਨੂੰ ਪਤਾ ਨਹੀਂ ਸੀ, ਉਸ ਦਾ ਪੈਰ ਜਿਹੜਾ ਸੀ ਉਸ ਦੇ ਮਸੱਲੇ ਨਾਲ ਟੱਚ ਕਰ ਗਿਆ। ਤੇ ਉਹ ਜਿਹੜਾ ਮੌਲਵੀ ਸੀ ਬੜੇ ਗੁੱਸੇ ਦੇ ਨਾਲ ਉਹਨੇ ਲੈਲਾ ਵੱਲ ਵੇਖਿਆ ਤੇ ਬੜੇ ਗੁੱਸੇ ਦੇ ਵਿੱਚ ਬੋਲਿਆ, ਐ ਕਾਫਰ ਔਰਤ, ਐ ਬੇਹਯਾਤ ਔਰਤ, ਤੈਨੂੰ ਨਹੀਂ ਪਤਾ ਲੱਗਿਆ ਮੈਂ ਨਮਾਜ਼ ਅਦਾ ਕਰ ਰਿਹਾ ਤੇ ਤੇਰਾ ਪੈਰ ਮੇਰੇ ਮਸੱਲੇ ਦੇ ਨਾਲ ਲੱਗ ਗਿਆ। ਇਸ ਕਰਕੇ ਤੇਰਾ ਪੈਰ ਵੱਢ ਦੇਣਾ ਚਾਹੀਦਾ ਹੈ ਜਿਹੜਾ ਪੈਰ ਮੇਰੇ ਮਸੱਲੇ ਦੇ ਨਾਲ ਲੱਗਿਆ। ਤੇ ਲੈਲਾ ਨੂੰ ਤੇ ਪਤਾ ਹੀ ਨਹੀਂ ਸੀ ਕੁਝ, ਉਹਨੂੰ ਤਾਂ ਸੁੱਧ ਬੁੱਧ ਵਿਸਰੀ ਹੋਈ ਸੀ। ਤੇ ਉਹ ਜਦੋਂ ਥੋੜੀ ਜਿਹੀ ਹੋਸ਼ ਦੇ ਵਿੱਚ ਆਈ ਤੇ ਉਹਨੂੰ ਪਤਾ ਲੱਗਿਆ ਵੀ ਮੇਰੇ ਤੋਂ ਗਲਤੀ ਹੋ ਗਈ। ਕਾਜ਼ੀ ਸਾਹਿਬ ਨਮਾਜ਼ ਅਦਾ ਕਰ ਰਹੇ ਸੀ ਤੇ ਉਸ ਲੈਲਾ ਨੇ ਉਸ ਕਾਜ਼ੀ ਤੋਂ ਮੌਲਵੀ ਤੋਂ ਮਾਫੀ ਮੰਗੀ, ਮੇਰੇ ਤੋਂ ਗਲਤੀ ਹੋ ਗਈ ਜੀ, ਮੈਨੂੰ ਪਤਾ ਨਹੀਂ ਲੱਗਿਆ। ਫਿਰ ਦੂਸਰਾ ਬਚਨ ਲੈਲਾ ਨੇ ਸਾਧ ਸੰਗਤ ਜੀ ਇਹ ਕੀਤਾ ਕਿ ਗੁਸਤਾਖੀ ਮੁਆਫ ਮੌਲਵੀ ਸਾਹਿਬ, ਪਰ ਮੇਰੀ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਗੁਜ਼ਾਰਿਸ਼ ਹੈ ਤੇ ਮੈਂ ਪਹਿਲਾਂ ਹੀ ਗਲਤੀ ਮੰਨ ਲੈਂਦੀ ਹਾਂ, ਤੁਸੀਂ ਗੁੱਸੇ ਨਾ ਹੋਇਓ। ਤੇ ਲੈਲਾ ਕਹਿੰਦੀ ਮੈਂ ਇੱਕ ਇਨਸਾਨ ਦੇ ਪ੍ਰੇਮ ਦੇ ਵਿੱਚ ਸੁੱਧ ਬੁੱਧ ਮੇਰੀ ਭੁੱਲੀ ਹੋਈ ਸੀ, ਪਰ ਮੌਲਵੀ ਸਾਹਿਬ ਤੁਸੀਂ ਅੱਲਾ ਦੀ ਬੰਦਗੀ ਕਰ ਰਹੇ ਹੋ। ਮੈਂ ਇੱਕ ਇਨਸਾਨ ਦੇ ਪ੍ਰੇਮ ਦੇ ਵਿੱਚ ਭੁੱਲੀ ਹੋਈ, ਮੈਨੂੰ ਨਹੀਂ ਪਤਾ ਲੱਗਿਆ ਵੀ ਕੌਣ ਬੈਠਾ ਹੈ ਤੇ ਮੇਰਾ ਪੈਰ ਗਲਤੀ ਦੇ ਨਾਲ ਤੁਹਾਡੇ ਮਸੱਲੇ ਦੇ ਨਾਲ ਟੱਚ ਕਰ ਗਿਆ। ਲੇਕਿਨ ਤੁਸੀਂ ਭਗਵਾਨ ਦੇ ਵਿੱਚ ਪ੍ਰੇਮ ਦੇ ਵਿੱਚ ਬੈਠੇ ਹੋਏ, ਤੁਹਾਨੂੰ ਪਤਾ ਲੱਗ ਗਿਆ ਵੀ ਲੈਲਾ ਲੰਘ ਰਹੀ ਹੈ। ਤੁਹਾਡਾ ਧਿਆਨ ਲੈਲਾ ਵੱਲ ਸੀ ਕਿ ਅੱਲਾ ਵੱਲ ਸੀ। ਮੌਲਵੀ ਉਸ ਸਮੇਂ ਬੜਾ ਸ਼ਰਮਸਾਰ ਹੋਇਆ ਤੇ ਲੈਲਾ ਕਹਿੰਦੀ ਕਿ ਮੌਲਵੀ ਸਾਹਿਬ ਮੇਰਾ ਭਾਵੇਂ ਇਨਸਾਨੀ ਪ੍ਰੇਮ ਹੈ ਪਰ ਤੁਹਾਡੇ ਪ੍ਰੇਮ ਨਾਲੋਂ ਉੱਚਾ ਹੈ। ਤੋ ਸਾਧ ਸੰਗਤ ਜੀ ਕੀ ਵਾਰਤਾ ਪੜ੍ਹੀ, ਇਸ ਵਾਰਤਾ ਤੋਂ ਸਿਰਫ ਆਪਾਂ ਸਿੱਖਿਆ ਹੀ ਲੈਣੀ ਹੈ। ਸਿੱਖਿਆ ਕੀ ਹੈ ਕਿ ਜਦੋਂ ਤੁਸੀਂ ਸੰਗਤ ਵਿੱਚ ਬੈਠੋ, ਤੁਹਾਡਾ ਧਿਆਨ ਵਿੱਚ ਹੋਵੇ, ਤੁਹਾਨੂੰ ਇਹ ਨਾ ਪਤਾ ਹੋਵੇ ਵੀ ਕੌਣ ਆਇਆ ਕੌਣ ਗਿਆ। ਕਈ ਤਾਂ ਇਹੀ ਦੇਖੀ ਜਾਂਦੇ ਆ ਵੀ ਕੌਣ ਆਇਆ ਕੌਣ ਗਿਆ, ਕਿਨੇ ਕਿੰਨੇ ਪੈਸੇ ਮੱਥਾ ਟੇਕਿਆ ਹੈ, ਇੱਧਰ ਧਿਆਨ ਹੁੰਦਾ ਹੈ। ਜਿਵੇਂ ਮਹਾਂਪੁਰਸ਼ ਦੱਸਦੇ ਆ ਵੀ ਸੰਗਤ ਵਿੱਚ 4 ਤਰ੍ਹਾਂ ਦੇ ਸਰੋਤੇ ਆਉਂਦੇ ਆ। 4 ਤਰ੍ਹਾਂ ਦੇ ਸਰੋਤੇ ਸੰਗਤ ਵਿੱਚ ਕਥਾ ਸੁਣਦੇ ਆ, ਕੀਰਤਨ ਸੁਣਦੇ ਆ। 4 ਤਰ੍ਹਾਂ ਦੇ ਕਿਹੜੇ ਹਨ? ਇੱਕ ਹਨ ਸੂੰਘੇ, ਇੱਕ ਸੂੰਘੇ ਸਰੋਤੇ ਹੁੰਦੇ ਆ। ਇੱਕ ਹੁੰਦੇ ਆ ਚੂੰਘੇ ਸਰੋਤੇ, ਇੱਕ ਹੁੰਦੇ ਆ ਊਂਘੇ ਤੇ ਇੱਕ ਹੁੰਦੇ ਆ ਡੂੰਘੇ। ਜਿਹੜੇ ਸੂੰਘੇ ਹੁੰਦੇ ਆ ਨਾ, ਉਹ ਬਸ ਸੁੰਘਦੇ ਰਹਿੰਦੇ ਆ, ਬੈਠੇ ਸੰਗਤ 'ਚ ਦੇਖਦੇ ਰਹਿੰਦੇ ਆ ਕੌਣ ਆਇਆ ਕੌਣ ਗਿਆ, ਕਿਹਨੇ ਕਿਹੜਾ ਸੂਟ ਪਾਇਆ, ਕਿਹਨੇ ਕਿਵੇਂ ਮਾਇਆ ਮੱਥਾ ਕਿੰਨਾ ਟੇਕਿਆ, ਉਹ ਬਸ ਸੁੰਘਦੇ ਰਹਿੰਦੇ ਆ। ਉਹ ਵੀ ਕੁਝ ਨਹੀਂ ਲਾਭ ਪ੍ਰਾਪਤ ਕਰ ਸਕਦੇ ਸੰਗਤ ਦੇ ਵਿੱਚ। ਤੇ ਇੱਕ ਹੁੰਦੇ ਆ ਚੂੰਘੇ। ਚੂੰਘੇ ਉਹ ਹੁੰਦੇ ਆ ਜਿਹੜੇ ਸੰਗਤ ਵਿੱਚ ਆਉਂਦੇ ਆ ਪਰ ਉਹ ਵੀਕ ਪੁਆਇੰਟ ਦੇਖਦੇ ਰਹਿੰਦੇ ਆ, ਨੁਕਤਾ ਚੀਨੀ ਦੇਖਦੇ ਆ। ਕੋਈ ਗਲਤੀ ਹੋ ਗਈ ਬਸ ਉਧਰ ਹੀ, ਇਹ ਤੋਂ ਇਹ ਗਲਤੀ ਕਿਉਂ ਹੋ ਗਈ। ਚੰਗੇ ਬਚਨ ਨਹੀਂ ਕੈਚ ਕਰਨੇ, ਕੋਈ ਇੱਧਰ ਉੱਧਰ ਇੱਕ ਅੱਧਾ ਬਚਨ ਹੋ ਜਾਵੇ, ਇਹ ਤੁਸੀਂ ਇਹ ਗਲਤੀ ਕਰ ਦਿੱਤੀ ਜੀ, ਇਹ ਨੁਕਸ ਹੈ ਜੀ ਇੱਥੇ। ਉਹ ਨੁਕਸ ਕੱਢਣ ਹੀ ਆਉਂਦੇ ਆ ਸੰਗਤ ਦੇ ਵਿੱਚ। ਤੇ ਤੀਸਰੇ ਉਹ ਹੁੰਦੇ ਆ ਜਿਹੜੇ ਊਂਘੇ। ਊਂਘੇ ਦਾ ਮਤਲਬ ਹੁੰਦਾ ਜਿਹੜੇ ਆਉਂਦੇ ਆ ਬਸ ਸੌਣ ਹੀ ਆਉਂਦੇ ਆ, ਬੈਠਦੇ ਆ ਤੇ ਉਹਨਾਂ ਦੀ ਫਿਰ ਸਮਾਧੀ ਲੱਗ ਜਾਂਦੀ ਹੈ, ਲਿਵ ਲੱਗ ਜਾਂਦੀ ਹੈ। ਫਿਰ ਨਾਲ ਦਾ ਹੀ ਉਠਾਉਂਦਾ ਵੀ ਉੱਠ ਭਾਈ ਅਰਦਾਸ ਸ਼ੁਰੂ ਹੋ ਗਈ।
ਇੱਕ ਹੁੰਦੇ ਆ ਸਾਧ ਸੰਗਤ ਜੀ ਡੂੰਘੇ ਸਰੋਤੇ, ਉਹ ਹੁੰਦੇ ਆ ਜਿਹੜੇ ਸ਼ਬਦ ਦੇ ਵਿੱਚ ਗਹਿਰੇ ਹੋ ਜਾਂਦੇ ਆ ਕਿ ਕਿਹੜਾ ਸ਼ਬਦ ਚੱਲ ਰਿਹਾ ਹੈ, ਕਿਹੜੀ ਕਥਾ ਚੱਲ ਰਹੀ ਹੈ, ਉਹਨਾਂ ਦਾ ਉਧਰ ਧਿਆਨ ਹੋ ਜਾਂਦਾ ਹੈ, ਉਹ ਡੂੰਘੇ ਚਲੇ ਜਾਂਦੇ ਹਨ, ਬੜੇ ਧਿਆਨ ਨਾਲ ਸੁਣਦੇ ਆ। ਨਹੀਂ ਤਾਂ ਕਈ ਵਾਰ ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਸੰਗਤ ਦੇ ਵਿੱਚ ਕਿਹੜੀ ਕਥਾ ਸੁਣੀ ਹੈ, ਕਿਹੜਾ ਸ਼ਬਦ ਸੁਣਿਆ, ਕੀ ਸਿੱਖ ਕੇ ਆਏ ਹਾਂ ਅਸੀਂ, ਤੇ ਸਾਨੂੰ ਸਭ ਕੁਝ ਭੁੱਲ ਜਾਂਦਾ ਹੈ। ਜਿਵੇਂ ਇੱਕ ਮਹਾਂਪੁਰਸ਼ ਛੋਟੀ ਜੀ ਵਾਰਤਾ ਸੁਣਾਇਆ ਕਰਦੇ। ਇੱਕ ਕੋਈ ਪੰਡਤ ਸੀ ਤੇ ਕਹਿੰਦੇ ਉਹ ਕਥਾ ਕਰ ਰਿਹਾ ਸੀ ਰਮਾਇਣ ਦੀ, ਤੇ ਇੱਕ ਅੱਗੇ ਬੈਠ ਕੇ ਕਥਾ ਸੁਣ ਰਿਹਾ ਸੀ, ਸੰਗਤ ਹੋਰ ਵੀ ਬੈਠੀ ਸੀ, ਪਰ ਉਹ ਸਿਰ ਬੜਾ ਹਿਲਾ ਰਿਹਾ ਸੀ। ਤੇ ਉਹ ਪੰਡਤ ਨੇ ਦੇਖਿਆ ਕਿ ਸ਼ਾਇਦ ਇਹ ਬੜਾ ਧਿਆਨ ਨਾਲ ਸੁਣ ਰਿਹਾ ਹੈ, ਤਾਂ ਉਸ ਪੰਡਤ ਨੇ ਬੜੇ ਵਿਸਥਾਰ ਦੇ ਨਾਲ ਹੋਰ ਖੋਲ ਕੇ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹ ਜਿਹੜਾ ਅੱਗੇ ਬੈਠਾ ਸੀ, ਜਦੋਂ ਕਥਾ ਦੀ ਸਮਾਪਤੀ ਹੋਈ ਤੇ ਪੰਡਤ ਜੀ ਦੇ ਕੋਲ ਚੱਲ ਕੇ ਆਇਆ, ਕਹਿਣ ਲੱਗਾ, ਪੰਡਤ ਜੀ ਤੁਸੀਂ ਕਥਾ ਬਹੁਤ ਸੋਹਣੀ ਕੀਤੀ ਰਮਾਇਣ ਦੀ, ਬੜਾ ਆਨੰਦ ਆਇਆ। ਪੰਡਤ ਜੀ ਕਹਿੰਦੇ ਬਸ ਸ੍ਰੀ ਰਾਮਚੰਦਰ ਜੀ ਦੀ ਕਿਰਪਾ ਹੈ। ਤੇ ਉਹ ਕਹਿੰਦਾ ਪਰ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਮੈਨੂੰ ਇਹ ਦੱਸੋ ਵੀ ਰਾਵਣ ਰਾਖਸ਼ ਸੀ ਕਿ ਰਾਮ ਰਾਖਸ਼ ਸੀ? ਉਹ ਜਦੋਂ ਇਹ ਪੰਡਤ ਨੇ ਸੁਣਿਆ, ਉਹ ਬੜਾ ਹੈਰਾਨ ਹੋਇਆ, ਕਹਿੰਦਾ ਹੈ ਇਹਨੂੰ ਇੰਨਾ ਹੀ ਨਹੀਂ ਪਤਾ ਵੀ ਰਾਵਣ ਰਾਖਸ਼ ਸੀ ਕਿ ਰਾਮ ਰਾਖਸ਼ ਸੀ? ਉਹ ਕਹਿੰਦੇ ਇਹ ਤਾਂ ਬੱਚਿਆਂ ਨੂੰ ਵੀ ਪਤਾ ਹੈ ਵੀ ਰਾਮਚੰਦਰ ਜੀ ਮਰਿਆਦਾ ਪੁਰਸ਼ੋਤਮ ਸੀ ਤੇ ਰਾਵਣ ਰਾਖਸ਼ ਸੀ। ਉਹਨੇ ਫਿਰ ਉਸ ਨੂੰ ਕਿਹਾ, ਕਹਿੰਦਾ ਤੁਸੀਂ ਬੜਾ ਸਿਰ ਹਿਲਾ ਰਹੇ ਸੀ। ਉਹ ਕਹਿੰਦਾ ਉਹ ਤਾਂ ਮੇਰੀ ਆਦਤ ਹੈ, ਆਪੇ ਹੀ ਹਿਲਦਾ ਮੇਰਾ ਸਿਰ। ਉਸ ਫਿਰ ਪੰਡਤ ਨੇ ਉਸ ਨੂੰ ਜਵਾਬ ਇਹ ਦਿੱਤਾ, ਕਹਿੰਦਾ ਜੀ ਨਾ ਰਾਵਣ ਰਾਖਸ਼ ਸੀ ਨਾ ਰਾਮ ਰਾਖਸ਼ ਸੀ, ਰਾਖਸ਼ ਮੈਂ ਸੀ ਜਿਹੜਾ ਤੁਹਾਨੂੰ ਸੁਣਾ ਰਿਹਾ ਸੀ, ਤੈਨੂੰ ਪਤਾ ਹੀ ਕੁਝ ਨਹੀਂ ਲੱਗਿਆ, ਤੇ ਮੈਂ ਇੰਨਾ ਤੈਨੂੰ ਵਿਸਥਾਰ ਦੇ ਨਾਲ ਸਾਰਾ ਪ੍ਰਸੰਗ ਸੁਣਾਇਆ। ਤੋ ਕਹਿਣ ਦਾ ਭਾਵ ਇਹੀ ਹੈ ਸਾਧ ਸੰਗਤ ਜੀ, ਇਹ ਵਾਰਤਾਵਾਂ ਸੁਣਾਉਣ ਦਾ ਭਾਵ ਸਿਰਫ ਇਤਨਾ ਹੀ ਹੈ ਕਿ ਅਸੀਂ ਸੰਗਤ ਵਿੱਚ ਆ ਕੇ ਕੀ ਕੋਈ ਗੱਲ ਸੁਣਦੇ ਹਾਂ ਧਿਆਨ ਦੇ ਨਾਲ, ਤੇ ਜਿਹੜਾ ਕੋਈ ਅੱਛਾ ਬਚਨ ਲੱਗਦਾ ਹੈ, ਵਧੀਆ ਬਚਨ ਲੱਗਦਾ ਹੈ, ਤੇ ਜਿਹੜੇ ਸਿਆਣੇ ਸਰੋਤੇ ਹੁੰਦੇ ਆ ਨਾ, ਉਹ ਇੱਕ ਡਾਇਰੀ ਰੱਖਦੇ ਆ ਆਪਣੇ ਕੋਲ, ਕਾਪੀ ਰੱਖਦੇ ਆ, ਫਟਾਫਟ ਲਿਖ ਲੈਂਦੇ ਆ। ਔਰ ਗਾਹੇ ਬਗਾਹੇ ਜਦੋਂ ਉਹਨਾਂ ਦਾ ਮਨ ਕੋਈ ਉਤਰਾ ਚੜਾਅ ਦੇ ਵਿੱਚ ਜਾਂਦਾ ਹੈ ਤਾਂ ਉਹ ਡਾਇਰੀ ਪਕੜ ਕੇ ਦੇਖ ਲੈਂਦੇ ਆ, ਉੱਥੇ ਬਚਨ ਪੜ੍ਹਦੇ ਆ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਕਿਉਂਕਿ ਸਾਰੇ ਬਚਨ ਤਾਂ ਕਿਸੇ ਦੇ ਵੀ ਨਹੀਂ ਯਾਦ ਰਹਿੰਦੇ ਹੁੰਦੇ। ਤੋ ਸਾਧ ਸੰਗਤ ਜੀ ਕਹਿਣ ਦਾ ਭਾਵ ਇਹੀ ਹੈ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ। ਇਹਨਾਂ ਵਾਰਤਾਵਾਂ ਤੋਂ, ਇਤਿਹਾਸ ਤੋਂ ਇਹ ਸਿੱਖਿਆ ਮਿਲਦੀ ਹੈ, ਜਦੋਂ ਵੀ ਸੰਗਤ ਵਿੱਚ ਆਓ ਕਾਹਲੀ ਨਾ ਕਰੋ, ਧੀਰਜ ਨਾ ਲਾਓ, ਥੋੜਾ ਸਮਾਂ ਬੈਠੋ, ਬੜੇ ਧਿਆਨ ਨਾਲ ਬੈਠੋ ਅਤੇ ਇੱਕ ਇੱਕ ਬਚਨ ਨੂੰ ਧਿਆਨ ਨਾਲ ਸੁਣੋ, ਤਾਂ ਕਿ ਸਾਡੀ ਜਿਹੜੀ ਕੀਤੀ ਹੋਈ ਸੰਗਤ ਹੈ ਉਹ ਸਫਲੀ ਹੋ ਜਾਵੇ, ਅਸੀਂ ਪੂਰਾ ਲਾਭ ਹਾਸਲ ਕਰ ਸਕੀਏ।